ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 4th ਕਲਾਸ ਬੱਚਿਓ, ਅੱਜ ਅਸੀਂ ਤੁਹਾਡੀ ਪਾਠ ਪੁਸਤਕ ਦਾ ਪਾਠ ਨੰਬਰ 6 ਮਹਾਨ ਚਿੱਤਰਕਾਰ ਪੜ੍ਹਾਂਗੇ। ਇਸ ਤੋਂ ਪਹਿਲਾਂ ਅਸੀਂ ਪਾਠ ਪੁਸਤਕ ਦੇ ਪਾਠ ਨੰਬਰ 1 ਤੋਂ 5 ਤੱਕ ਅਭਿਆਸ ਸਮੇਤ ਪੜ੍ਹ ਚੁੱਕੇ ਹਾਂ। ਅੱਜ ਅਸੀਂ ਪਾਠ 6 ਪੜ੍ਹਨਾ ਹੈ। ਇਸ ਪਾਠ ਵਿੱਚ ਬੱਚਿਓ ਆਪਾਂ ਸੋਭਾ ਸਿੰਘ ਜੋ ਇੱਕ ਮਹਾਨ ਚਿੱਤਰਕਾਰ ਸੀ, ਉਸਦੇ ਜੀਵਨ ਬਾਰੇ ਜਾਣਕਾਰੀ ਪ੍ਰਾਪਤ ਕਰਨੀ ਹੈ। ਸਾਰੀ ਦੁਨੀਆ ਵਿੱਚ ਆਪਣੀ ਚਿੱਤਰਕਾਰੀ ਦਾ ਸਿੱਕਾ ਜਮਾ ਚੁੱਕੇ ਭਾਰਤੀ ਚਿੱਤਰਕਾਰ ਸਰਦਾਰ ਸੋਭਾ ਸਿੰਘ ਦਾ ਜਨਮ 29 ਨਵੰਬਰ 1901 ਈਸਵੀ ਨੂੰ ਹਰਗੋਬਿੰਦਪੁਰ, ਜ਼ਿਲ੍ਹਾ ਗੁਰਦਾਸਪੁਰ ਵਿਖੇ ਇੱਕ ਭਾਰਤੀ ਫੌਜੀ ਸਰਦਾਰ ਦੇਵਾ ਸਿੰਘ ਦੇ ਗ੍ਰਹਿ ਵਿਖੇ ਮਾਤਾ ਈਸ਼ਰਾ ਦੇਵੀ ਦੀ ਸੁਭਾਗੀ ਕੁੱਖੋਂ ਹੋਇਆ। ਜਨਮ ਹੋਇਆ 1901 ਈਸਵੀ ਨੂੰ ਗੁਰਦਾਸਪੁਰ ਜ਼ਿਲ੍ਹੇ ਵਿੱਚ ਇੱਕ ਭਾਰਤੀ ਫੌਜੀ ਦੇਵਾ ਸਿੰਘ ਦੇ ਘਰ। ਮਾਤਾ ਦਾ ਨਾਂ ਸੀ ਈਸ਼ਰਾ ਦੇਵੀ। ਸਿਰਫ 5 ਸਾਲ ਦੀ ਉਮਰ ਵਿੱਚ ਉਹਨਾਂ ਦੀ ਮਾਂ ਦਾ ਸਵਰਗਵਾਸ ਹੋ ਗਿਆ ਤੇ ਸੋਭਾ ਸਿੰਘ ਦਾ ਪਾਲਣ ਪੋਸ਼ਣ ਉਹਨਾਂ ਦੀ ਵੱਡੀ ਭੈਣ ਲక్ష్ਮੀ ਦੇਵੀ ਨੇ ਹੀ ਕੀਤਾ। ਬੱਚਿਓ, ਮਾਂ ਦਾ ਬਚਪਨ ਵਿੱਚ ਹੀ ਸਵਰਗਵਾਸ ਹੋ ਗਿਆ ਸੀ ਤੇ ਉਹਨਾਂ ਨੂੰ ਪਾਲਿਆ ਸੀ ਵੱਡੀ ਭੈਣ ਲక్ష్ਮੀ ਦੇਵੀ ਨੇ। ਘਰ ਦੀਆਂ ਤੰਗੀਆਂ ਕਰਕੇ ਉਹਨਾਂ ਨੂੰ ਆਪਣੀ ਪੜ੍ਹਾਈ ਵਿੱਚ ਛੱਡਣੀ ਪੈ ਗਈ। ਬੱਚਿਓ, ਆਰਥਿਕ ਹਾਲਤ ਘਰ ਦੀ ਸਹੀ ਨਹੀਂ ਸੀ, ਖਰਾਬ ਸੀ, ਗਰੀਬ ਸੀ ਉਹ, ਤੇ ਪੜ੍ਹਾਈ ਉਹਨਾਂ ਨੂੰ ਵਿੱਚੇ ਹੀ ਛੱਡਣੀ ਪਈ। ਉਹਨਾਂ ਨੂੰ ਨਿੱਕੀ ਉਮਰ ਤੋਂ ਹੀ ਚਿੱਤਰਕਾਰੀ ਦੀ ਚੇਟਕ ਲੱਗ ਗਈ ਸੀ। ਚਿੱਤਰਕਾਰੀ ਦਾ ਬੱਚਿਓ ਸ਼ੌਂਕ ਸੀ ਉਹਨਾਂ ਨੂੰ। ਇਸ ਲਈ ITI ਸੰਸਥਾ ਤੋਂ ਆਰਟ ਕਰਾਫਟਸ ਦਾ ਕੋਰਸ ਵੀ ਕੀਤਾ। ITI ਤੋਂ ਆਰਟ ਕਰਾਫਟ ਦਾ ਕੋਰਸ ਕੀਤਾ ਅਤੇ ਭਾਰਤੀ ਸੈਨਾ ਵਿੱਚ ਡਰਾਫਟਸਮੈਨ ਦੇ ਤੌਰ 'ਤੇ ਭਰਤੀ ਹੋ ਕੇ 1919 ਵਿੱਚ ਬਗਦਾਦ ਚਲੇ ਗਏ। 1923 ਈਸਵੀ ਵਿੱਚ ਇਹਨਾਂ ਫੌਜ ਦੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ। ਅਸਤੀਫਾ ਹੁੰਦਾ ਹੈ ਤਿਆਗ ਪੱਤਰ ਨੌਕਰੀ ਤੋਂ। ਬੀਬੀ ਇੰਦਰ ਕੌਰ ਨਾਲ ਵਿਆਹ ਕਰਵਾ ਕੇ ਉਹਨਾਂ ਨੇ ਅੰਮ੍ਰਿਤਸਰ ਵਿੱਚ ਸੁਭਾਸ਼ ਸਟੂਡੀਓ ਖੋਲ੍ਹ ਕੇ ਤਸਵੀਰ ਕਸ਼ੀ 'ਚ ਕੰਮ ਆਰੰਭ ਕਰ ਦਿੱਤਾ ਅਤੇ ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ ਪੱਤਰ ਉਲੀਕ ਕੇ ਉਹਨਾਂ ਨੇ ਆਪਣੇ ਆਪ ਨੂੰ ਇਸ ਖੇਤਰ ਵਿੱਚ ਸਥਾਪਿਤ ਕਰ ਲਿਆ। ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ ਮਤਲਬ ਹੁੰਦਾ ਵਾ ਵੀ ਪਰਮਾਤਮਾ ਦੇ ਨਾਮ ਦੀ ਖੁਮਾਰੀ ਦਿਨ ਰਾਤ ਹੀ ਚੜ੍ਹੀ ਰਵੇ, ਪਰ ਮਨੁੱਖ ਪਰਮਾਤਮਾ ਦਾ ਨਾਂ ਦਿਨ ਰਾਤ ਹੀ ਲੈਂਦਾ ਰਵੇ। ਉਹਨਾਂ ਨੇ ਆਪਣੇ ਚਿੱਤਰਾਂ ਵਿੱਚ ਪਾਣੀ ਰੰਗਾਂ, ਤੇਲ ਰੰਗਾਂ ਤੇ ਪੋਸਟਰ ਰੰਗਾਂ ਦੀ ਵਰਤੋਂ ਕੀਤੀ। ਉਹਨਾਂ ਨੇ ਅਨੇਕਾਂ ਕਿਤਾਬਾਂ ਅਤੇ ਰਸਾਲਿਆਂ ਦੇ ਟਾਈਟਲ ਵੀ ਬਣਾਏ। ਬੱਚਿਓ, ਆਪਾਂ ਇਸ ਪੈਰੇ ਵਿੱਚ ਪੜ੍ਹਿਆ ਹੈ ਕਿ ਉਹਨਾਂ ਦਾ ਮਨ ਸਿਰਫ ਚਿੱਤਰਕਾਰੀ ਦੇ ਖੇਤਰ ਵੱਲ ਹੀ ਸੀ। ਸਰਦਾਰ ਸੋਭਾ ਸਿੰਘ ਨੂੰ ਕੁਦਰਤ ਨਾਲ ਅੰਤਾਂ ਦਾ ਮੋਹ ਸੀ। ਇਸ ਕਾਰਨ ਹੀ ਉਹਨਾਂ ਨੇ ਭਾਰਤ ਦੇ ਸਾਰੇ ਵੱਡੇ ਸ਼ਹਿਰਾਂ ਨੂੰ ਛੱਡ ਕੇ 1949 ਈਸਵੀ ਵਿੱਚ ਕੁਦਰਤ ਦੀ ਗੋਦ ਵਿੱਚ ਅੰਡਰਹੇਟੇ ਵਿਖੇ ਆਪਣਾ ਟਿਕਾਣਾ ਹੁੰਦਾ ਹੈ, ਰਹਿਣ ਦੀ ਥਾਂ ਕੀਤਾ। ਇੱਥੇ ਉਹਨਾਂ ਨੂੰ ਕੁਦਰਤ ਦੀ ਨਜ਼ਾਰਿਆਂ ਨੂੰ ਸਰਸਾਰ ਕੀਤਾ। ਉਹ ਹਰ ਰੋਜ਼ ਸੂਰਜ ਚੜ੍ਹਨ ਤੋਂ ਪਹਿਲਾਂ ਆਪਣੇ ਘਰ ਦੇ ਬਰਾਂਡੇ ਵਿੱਚ ਬੈਠ ਕੇ ਸੋਹਣੇ ਰੰਗ ਪਹਾੜਾਂ ਪਿੱਛੋਂ ਨਿਕਲਦੀ ਸੂਰਜ ਦੀ ਕਿਰਨ ਨੂੰ ਨਿਹਾਰਦੇ ਅਤੇ ਰਾਤ ਵੇਲੇ ਚਾਨਣੀ ਦੀ ਲੋ ਨੂੰ ਆਪਣੇ ਘਰ ਦੀ ਛੱਤ 'ਤੇ ਬੈਠ ਕੇ ਬਰਫੀਲੇ ਪਹਾੜਾਂ 'ਤੇ ਪਸਰਦੀ ਵੇਖਦੇ। ਉਹ ਕੁਦਰਤ ਦੇ ਇਹਨਾਂ ਰੰਗਾਂ ਨੂੰ ਵੇਖ ਕੇ ਆਖਦੇ ਕਿ ਇਹ ਕੁਦਰਤ ਦੇ ਰੰਗ ਹਨ, ਇਹਨਾਂ ਨੂੰ ਮਨੁੱਖ ਨਹੀਂ ਬਣਾ ਸਕਦਾ। ਬੱਚਿਓ, ਇਸ ਪੈਰੇ ਵਿੱਚ ਆਪਾਂ ਜਾਣਿਆ ਹੈ ਕਿ ਸੋਭਾ ਸਿੰਘ ਨੂੰ ਕੁਦਰਤੀ ਚੀਜ਼ਾਂ ਨਾਲ ਕਿੰਨਾ ਪਿਆਰ ਸੀ। ਉਹਨਾਂ ਨੂੰ ਕੁਦਰਤ ਦੀ ਹਰ ਚੀਜ਼ 'ਚੋਂ ਸੁੰਦਰਤਾ ਹੀ ਮਹਿਸੂਸ ਹੁੰਦੀ ਸੀ ਤੇ ਆਪਣੇ ਚਿੱਤਰਾਂ ਵਿੱਚ ਕੁਦਰਤ ਦੀਆਂ ਇਹਨਾਂ ਚੀਜ਼ਾਂ ਨੂੰ
ਰੂਪ ਮਾਣ ਕਰਦੇ ਸਨ। ਬੱਚਿਓ, ਇੱਥੋਂ ਤੱਕ ਆਪਾਂ ਪਾਠ ਨੰਬਰ 6 ਪੜ੍ਹਿਆ ਅਤੇ ਜਾਣਿਆ ਕਿ ਸੋਭਾ ਸਿੰਘ ਦਾ ਚਿੱਤਰਕਾਰੀ ਦੇ ਖੇਤਰ ਵਿੱਚ ਬਹੁਤ ਰੁਝਾਨ ਸੀ। ਧਿਆਨ ਉਹਨਾਂ ਦਾ ਸੀ ਸਿਰਫ ਚਿੱਤਰਕਾਰੀ ਦੇ ਖੇਤਰ ਵੱਲ। ਇੱਥੋਂ ਤੱਕ ਆਪਾਂ ਪਾਠ ਪੜ੍ਹਿਆ। ਪੰਨਾ ਨੰਬਰ 38 ਦੇ ਉੱਤੇ ਮਨੁੱਖ ਨਹੀਂ ਬਣਾ ਸਕਦਾ। ਇੱਥੋਂ ਤੱਕ ਆਉਣ ਵਾਲੇ ਦਿਨਾਂ ਵਿੱਚ, ਆਉਣ ਵਾਲੇ ਸਮੇਂ ਵਿੱਚ ਆਪਾਂ ਇਸ ਪਾਠ ਦਾ ਬਾਕੀ ਹਿੱਸਾ ਪੜ੍ਹਾਂਗੇ। ਸਾਰੇ ਬੱਚਿਆਂ ਨੇ ਇਸ ਪਾਠ ਨੂੰ ਇੱਥੋਂ ਤੱਕ ਧਿਆਨ ਨਾਲ ਸਮਝਣਾ ਹੈ ਅਤੇ ਪੜ੍ਹਨਾ ਹੈ ਅਤੇ ਸਮਝਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।